ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। श्री राग महला पहला। मरने की चिंता नहीं, जीवन की नहीं आस। तू सर्ब जियां प्रतिपालही, लेखै सास गिरास। अंतर गुरमुख तू वसैं, ज्यों भावैं त्यों निर्जास। ज्यों भावै त्यों निर्जास। जियरे राम जपत मन मान, अंतर लागी जल बुझी। पाया गुरमुख ज्ञान रहाओ, अंतर की गत जानिए। गुर मिलिए शंक उतार, मोया जित कर जाइए। तित जीवन दिया मर मार। अनहद शब्द सुहावने, पाइयै गुर विचार। अनहद बाणी पाइयै, तै हौमै होए विनाश। सतगुरु सेवे अपना, हौं सद कुरबानै तास। खड़ दरगह पै नाइयै, मुख हर नाम निवास। जै देखा तै रब रहे, शिव शक्ति का मेल। त्रै गुण बंदी देहोरी, जो आया जग स्यो खेल। विंजोगी दुख विछुड़े, मन मुख लह न मेल। मन बैरागी घर वसै, सच भै राता होए। ज्ञान महारस भोगवै, बाहड़ भूख ना होए। नानक ए मन मार मिल, भी फिर दुख न होए। वाहिगुरु जी का खालसा, वाहिगुरु जी की फतेह। जुगो जुग अटल। चवर छत्र तख्त दे मालक, हाजरा हजूर साहिब कमाल। धन धन श्री गुरु ग्रंथ साहिब महाराज जी दी कोटान कोटान किरपा रहमत ते बख्शिश दे नाल हर रोज़ की तरह रोज़ाना ही एक शब्द दी विचार आप जी के सन्मुख लैके हाज़र होने आ, ताकि असी गुरबाणी दे नाल जुड़ सकीए, असी समझ सकीए सतगुरु जी ने सानू गुरबाणी दे विच किन्ने महान उपदेश दिते ने। सो लड़ीवार श्री राग दी पावन विचार चल रही है। हुण तक दे 17 नंबर शब्द दे तक विचार कीती है। कल दा जिहड़ा शब्द विचारिया सी वो सी, सुण मन मित्र प्यारिया, मिल वेला है ए। जब लग जोबन सास है, तब लग ए तन दे। कल इस शब्द की विचार कीती सी। जिन्हां वीरां भैणां भरावां ने इस शब्द नूं सरवण कीता है, उन्हां दा मैं बहुत तहे दिलों धन्नवादी हाँ, क्योंकि मेरा मकसद आप तक गुरबाणी की विचार लैके आउणा है कि असी रोज़ाना एक शब्द नूं समझीए अर्थां समेत। उसे ही लड़ी दे विच अज दा जिहड़ा पावन शब्द है, 18वां नंबर शब्द है। श्री गुरु ग्रंथ साहिब जी दे पावन पन्ना नंबर 20 ते 21 तक यह सुभायमान है। ते श्री गुरु नानक साहिब महाराज जी की पावन मुखार बिंद तो उचारण होया है। शब्द के कुल 5 बंद ने। एक बंद रहाओ दा है। हमेशा ही जिवें गुरबाणी दी विधान दे मुताबक, सिद्धांत दे मुताबक रहाओ दीआं पंक्तियां तो
ਵਿਚਾਰ ਪ੍ਰਾਰੰਭ ਕਰਦੇ ਹਾਂ। ਅੱਜ ਦੇ ਪਾਵਨ ਸ਼ਬਦ ਦੇ ਰਹਾਉ ਦੀਆਂ ਪੰਕਤੀਆਂ ਨੇ, ਜੀਅ ਰੇ ਰਾਮ ਜਪਤ ਮਨ ਮਾਨ, ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਰਹਾਉ, ਇਹ ਰਹਾਉ ਦੀਆਂ ਪੰਕਤੀਆਂ ਨੇ। ਜੀਅ ਰੇ ਸੰਬੋਧਨ ਕੀਤਾ ਹੈ ਜਿੰਦ ਨੂੰ, ਆਤਮਾ ਨੂੰ। ਸਾਹਿਬ ਕਹਿੰਦੇ, ਹੇ ਮੇਰੀ ਜਿੰਦੇ, ਹੇ ਮੇਰੀ ਆਤਮਾ, ਇਸ ਸੰਸਾਰ ਵਿੱਚ ਤੇਰੇ ਆਉਣ ਦਾ ਮਕਸਦ ਕੀ ਹੈ? ਤੂੰ ਇਸ ਸੰਸਾਰ ਦੇ ਵਿੱਚ ਇਸ ਸਰੀਰ ਨੂੰ ਲੈ ਕੇ ਕਿਉਂ ਆਈ ਹੈ? ਕਿਉਂਕਿ ਇਸ ਸੰਸਾਰ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਅਸੀਂ ਜਨਮ ਲਿਆ ਹੈ, ਮਨੁੱਖਾ ਸਰੀਰ ਹਾਸਲ ਕੀਤਾ ਹੈ। ਇਹਦੇ ਵਿੱਚ ਸ਼ੁਭ ਗੁਣ ਮੌਜੂਦ ਨੇ, ਪਰ ਤਰਾਸਦੀ ਇਹ ਹੈ ਕਿ ਮਨੁੱਖ ਅਵਗੁਣਾਂ ਦੀ ਖੇਤੀ ਕਰ ਰਿਹਾ ਹੈ, ਅਵਗੁਣਾਂ ਦੀਆਂ ਪੰਡਾਂ ਬੰਨ ਰਿਹਾ ਹੈ। ਆਪਣੇ ਅੰਦਰ ਸੱਚ ਸਮਾਉਣ ਦੀ ਬਜਾਏ ਝੂਠ ਨੂੰ ਇਕੱਠਾ ਕਰ ਰਿਹਾ ਹੈ। ਇਹਦੇ ਆਪਣੇ ਅੰਦਰ ਦੀ ਇਸੇ ਕਰਕੇ ਇਹ ਗੁਲਾਮੀ ਕਬੂਲ ਕਰ ਰਿਹਾ ਹੈ, ਗੁਲਾਮ ਬਣ ਕੇ ਜੀ ਰਿਹਾ ਹੈ, ਕਿਉਂਕਿ ਇਹ ਆਪਣੇ ਆਪ ਦਾ ਗੁਲਾਮ ਹੈ। ਮੈਂ ਇੱਕ ਬੇਨਤੀ ਕਰਾਂ, ਇਮਾਨਦਾਰ ਮਨੁੱਖ ਨੂੰ ਕਦੀ ਕੋਈ ਗੁਲਾਮ ਨਹੀਂ ਬਣਾ ਸਕਦਾ, ਕਿਉਂਕਿ ਜਿਹਦੀ ਜ਼ਮੀਰ ਜਾਗਦੀ ਹੈ ਉਹੀ ਇਮਾਨਦਾਰ ਹੋਵੇਗਾ ਨਾ। ਤੇ ਹੁਣ ਜਿਹਦੀ ਜ਼ਮੀਰ ਹੀ ਮਰੀ ਪਈ ਹੈ ਉਹ ਇਮਾਨਦਾਰ ਕਿਵੇਂ ਹੋਵੇਗਾ? ਤੇ ਜਿਹੜਾ ਇਮਾਨਦਾਰ ਹੈ ਨਹੀਂ ਉਹ ਗੁਲਾਮ ਵੀ ਹੋਵੇਗਾ, ਕਿਉਂਕਿ ਉਹਨੂੰ ਆਪਣੇ ਆਲੇ ਦੁਆਲੇ ਦੇ ਸਵਾਰਥਾਂ ਦੇ ਨਾਲ ਮਤਲਬ ਆ। ਉਹਨੂੰ ਕੀ ਲੋੜ ਪਈ ਹੈ? ਕਿਸੇ ਦੇ ਉੱਪਰ ਅਤਿਆਚਾਰ ਹੋ ਰਿਹਾ ਹੈ, ਕਿਸੇ ਦਾ ਹੱਕ ਮਾਰਿਆ ਜਾ ਰਿਹਾ ਹੈ, ਕਿਸੇ ਨੂੰ ਜਾਤ ਪਾਤ ਦੇ ਨਾਂ ਤੇ ਠੱਗਿਆ ਜਾ ਰਿਹਾ ਹੈ, ਮਾਰਿਆ ਜਾ ਰਿਹਾ, ਕੁੱਟਿਆ ਜਾ ਰਿਹਾ ਹੈ। ਉਹਨੂੰ ਕੀ ਲੋੜ ਪਈ ਹੈ ਉਹ ਕਿਸੇ ਵਾਸਤੇ ਆਵਾਜ਼ ਚੁੱਕੇਗਾ? ਕਿਉਂਕਿ ਉਹਨੂੰ ਤੇ ਆਪਣਾ ਘਰ ਉਹਦਾ ਪੂਰਾ ਹੋ ਰਿਹਾ ਹੈ। ਹੁਣ ਉਹੀ ਮਨੁੱਖ ਦੂਜੇ ਵਾਸਤੇ ਇਨਕਲਾਬੀ ਵਿਚਾਰਧਾਰਾ ਲੈ ਕੇ ਆਵਾਜ਼ ਚੁੱਕੇਗਾ ਨਾ, ਜਿਹਦੇ ਅੰਦਰ ਜਾਗਦੀ ਜ਼ਮੀਰ ਹੋਵੇਗੀ, ਜੋ ਇਮਾਨਦਾਰ ਹੋਵੇਗਾ, ਜਿਹਦੇ ਅੰਦਰ ਗੁਲਾਮੀ ਅਵਗੁਣਾਂ ਦੀ ਨਹੀਂ ਹੈ, ਜਿਹੜਾ ਵਿਕਾਰਾਂ ਦਾ ਗੁਲਾਮ ਨਹੀਂ ਹੈ, ਉਹੀ ਸੱਚ ਦੀ ਗੱਲ ਕਰੇਗਾ ਨਾ। ਹੁਣ ਸਤਿਗੁਰੂ ਗੁਰਦੇਵ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੱਚ ਦਾ ਪੈਗਾਮ ਦੁਨੀਆ ਦੇ ਸਾਹਮਣੇ ਰੱਖਿਆ। ਮੂਲ ਮੰਤਰ ਤੋਂ ਆਗਾਜ਼ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਤੇ ਮੂਲ ਮੰਤਰ ਕੀ ਹੈ? ਬੇਸਿਕ ਨੁਕਤਾ, ਬੇਸਿਕ ਫਾਰਮੂਲਾ ਸਿੱਖੀਜ਼ਮ ਦਾ, ਜਿਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਮਝਾਉਂਦੇ ਨੇ ਕਿ ਇਹ ਸਿੱਖਾ ਤੂੰ ਕਿਵੇਂ ਗੁਰਬਾਣੀ ਨੂੰ ਸਮਝਣਾ ਹੈ। ਕਿਉਂਕਿ ਮੂਲ ਮੰਤਰ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਨੂੰ ਸਮਝਾਇਆ ਗਿਆ ਹੈ। ਉਹ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ, ਉਹ ਸਦਾ ਅਟਲ ਰਹਿਣ ਵਾਲਾ ਹੈ। ਇਹ ਸਾਰੇ ਗੁਣ ਪ੍ਰਮਾਤਮਾ ਨੇ ਮੂਲ ਮੰਤਰ ਦੇ ਵਿੱਚ ਸਤਿਗੁਰੂ ਜੀ ਨੇ ਦਰਸਾਏ ਨੇ। ਹੁਣ ਜਿਹਦੇ ਅੰਦਰ ਐਸਾ ਸੋਹਣਾ ਰੱਬ ਗੁਣਾ ਵਾਲਾ ਵਸ ਜਾਵੇਗਾ, ਉਹ ਫਿਰ ਕਦੀ ਧੱਕਾ ਨਹੀਂ ਬਰਦਾਸ਼ਤ ਕਰੇਗਾ, ਉਹ ਫਿਰ ਕਦੀ ਊਂਚ ਨੀਚ ਨਹੀਂ ਬਰਦਾਸ਼ਤ ਕਰੇਗਾ, ਉਹ ਫਿਰ ਮਨੁੱਖ ਵੱਲੋਂ ਪਾਈਆਂ ਹੋਈਆਂ ਗੁਲਾਮੀ ਦੀਆਂ ਬੇੜੀਆਂ ਨਹੀਂ ਬਰਦਾਸ਼ਤ ਕਰੇਗਾ, ਕਿਉਂਕਿ ਉਹ ਆਜ਼ਾਦ ਹੋਵੇਗਾ। ਤੇ ਸਭ ਤੋਂ ਪਹਿਲਾਂ ਜਿਸ ਕਿਸੇ ਨੇ ਆਜ਼ਾਦ ਹੋਣਾ, ਉਹਨੂੰ ਆਪਣੇ ਆਪ ਤੋਂ ਆਜ਼ਾਦ ਹੋਣਾ ਪਵੇਗਾ। ਤੇ ਗੁਰੂ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਸਿੱਖ ਨੂੰ ਸਭ ਤੋਂ ਪਹਿਲਾਂ ਆਪਣੇ ਮਨ ਤੋਂ ਆਜ਼ਾਦ ਕਰਨ ਦੀ ਗੱਲ ਕਹੀ ਹੈ। ਆਤਮਾ ਨੂੰ ਵਿਕਾਰਾਂ ਦੀ ਗੁਲਾਮੀ ਛੱਡਣ ਲਈ ਕਿਹਾ। ਤੋ ਅੱਜ ਦਾ ਸ਼ਬਦ ਵੀ ਇਸੇ ਪ੍ਰਥਾਏ ਹੈ, ਜੀਅ ਰੇ ਰਾਮ ਜਪਤ ਮਨ ਮਾਨ। ਹੇ ਮੇਰੀ ਜਿੰਦੇ, ਹੇ ਮੇਰੀ ਆਤਮਾ, ਪਰਿਪੂਰਨ ਪਰਮਾਤਮਾ ਦੇ ਹੁਕਮ ਨੂੰ ਚੇਤੇ ਕਰ। ਤੂੰ ਕੀ ਕਰਨਾ ਹੈ ਉਹਨੂੰ ਹੀ ਯਾਦ ਰੱਖ ਆਪਣੇ ਸਵਾਸਾਂ ਤੇ ਆਪਣੇ ਜੀਵਨ ਦੇ ਵਿੱਚ। ਜੇ ਗੁਲਾਮ ਬਣਨਾ ਹੈ ਤੇ ਪ੍ਰਮਾਤਮਾ ਦਾ ਬਣ, ਉਹਦੇ ਹੀ ਨਾਮ ਨੂੰ ਸਦਾ ਜਪ, ਉਹਨੂੰ ਹੀ ਬਾਰ-ਬਾਰ ਚੇਤੇ ਕਰ, ਮਨ ਮਾਨ, ਤਾਂ ਕਿ ਇਹ ਮਨ ਪ੍ਰਮਾਤਮਾ ਨੂੰ ਮੰਨਣ ਲੱਗ ਪਵੇ। ਇਹ ਮਨ ਨਿਰੰਕਾਰ ਦੀਆਂ ਰਹਿਮਤਾਂ ਨੂੰ ਜਾਣਨ ਲੱਗ ਪਵੇ। ਇਹ ਮਨ ਜਿਹੜਾ ਆਪਣੀ ਵੱਖਰੀ ਹੋਂਦ ਪ੍ਰਮਾਤਮਾ ਤੋਂ ਬਣਾ ਕੇ ਬੈਠਾ ਹੈ, ਇਹ ਆਪਣੀ ਵੱਖਰੀ ਹੋਂਦ ਛੱਡ ਕੇ ਪ੍ਰਮਾਤਮਾ ਨਾਲ ਇੱਕਮਿਕ ਹੋ ਜਾਵੇ। ਹੇ ਮੇਰੀ ਜਿੰਦੇ, ਤੂੰ ਇਸ ਮਨ ਨੂੰ ਸਮਝਾ ਤਾਂ ਕਿ ਇਹ ਮਨ ਪ੍ਰਮਾਤਮਾ ਦੇ ਗਿਆਨ ਦੇ ਵਿੱਚ ਰੁੱਝ ਜਾਵੇ। ਆਪਣੇ ਆਪ ਨੂੰ ਆਜ਼ਾਦ ਕਰ ਲਾ। ਤੂੰ ਇਸ ਮਨ ਦੇ ਪਿੱਛੇ ਲੱਗ ਕੇ ਤੂੰ ਗੁਲਾਮੀ ਨਾ ਕਰ।
ਆਪਣੇ ਆਪ ਨੂੰ ਪਵਿੱਤਰ ਕਰ, ਨਿਰਮਲ ਕਰ ਤੇ ਸਦੀਵੀ ਅਟਲ ਰਹਿਣ ਵਾਲੇ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਵਸਾ। ਜੀਅਰੇ ਰਾਮ ਜਪਤ ਮਨ ਮਾਨ, ਤਾਂ ਕਿ ਇਹ ਮਨ ਮੰਨ ਜਾਵੇ, ਰੀਝ ਜਾਵੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ। ਫਿਰ ਕੀ ਹੋਵੇਗਾ? ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ। ਗੁਰਮੁਖ ਪ੍ਰਮਾਤਮਾ ਦੇ ਵਾਸਤੇ ਹੈ, ਗੁਰੂ ਵਾਸਤੇ ਹੈ। ਕਹਿੰਦੇ ਜਦੋਂ ਅੰਦਰ ਜਿਹੜੀ ਅੱਗ ਲੱਗੀ ਹੈ ਨਾ ਵਿਕਾਰਾਂ ਦੀ, ਜਿਹੜੀ ਅੰਦਰ ਗੁਲਾਮੀ ਦੀ ਅੱਗ ਗੁਲਾਮੀ ਦੀ ਜਿਹੜੀ ਅੱਗ ਲੱਗੀ ਹੈ, ਵਿਕਾਰਾਂ ਦੀ ਅੱਗ ਲੱਗੀ ਹੈ, ਕਿਵੇਂ ਕਰਨਾ, ਜਿਹੜੀ ਅੰਦਰ ਤੜਫ ਆ ਤ੍ਰਿਸ਼ਨਾ ਦੀ, ਈਰਖਾ ਦੀ, ਬੁਰੇ ਖਿਆਲਾਂ ਦੀ, ਮਾਇਆ ਦੀ, ਸਤਿਗੁਰੂ ਕਹਿੰਦੇ ਕੀ ਹੋਵੇਗਾ? ਇਹ ਬੁੱਝ ਸਕਦੀ ਹੈ। ਇਹ ਤ੍ਰਿਸ਼ਨਾ ਦੀ ਜਿਹੜੀ ਅੰਦਰ ਅੱਗ ਸੜ ਰਹੀ ਆ ਨਾ, ਵਿਕਾਰਾਂ ਦੀ ਅੱਗ ਸੜ ਰਹੀ ਆ ਨਾ, ਇਹ ਬੁੱਝ ਸਕਦੀ ਹੈ। ਕਿਵੇਂ? ਅੰਤਰ ਲਾਗੀ ਜਲ ਬੁਝੀ। ਇਹ ਬੁੱਝ ਸਕਦੀ ਹੈ ਜਿਹੜੀ ਜਲ ਬਲ ਰਹੀ ਹੈ, ਜਿਹੜੀ ਸੜ ਰਹੀ ਹੈ। ਇੱਥੇ ਜਲ ਦਾ ਅਰਥ ਪਾਣੀ ਨਹੀਂ, ਇੱਥੇ ਜਲ ਦਾ ਅਰਥ ਜਲਣ ਵਾਲੀ, ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਪਈ ਹੈ, ਜੋ ਅੰਦਰ ਨੂੰ ਸਾੜ ਰਹੀ ਹੈ, ਵਿਕਾਰਾਂ ਦੀ ਅੱਗ ਲੱਗੀ ਹੈ, ਫਿਰਕਾ ਪ੍ਰਸਤੀ ਦੀ ਅੱਗ ਲੱਗੀ ਹੈ, ਇਹ ਜਿਹੜੀ ਅੰਦਰ ਸਾੜ ਰਹੀ ਹੈ ਹੰਕਾਰ ਦੀ ਅੱਗ, ਪਾਇਆ ਗੁਰਮੁਖ ਗਿਆਨ। ਇਹ ਬੁੱਝ ਸਕਦੀ ਹੈ ਕਦੋਂ? ਜਦੋਂ ਗੁਰੂ ਦਾ ਸੱਚਾ ਗਿਆਨ ਜੀਵਨ ਦੇ ਵਿੱਚ ਆ ਜਾਵੇ, ਜਦੋਂ ਪ੍ਰਮਾਤਮਾ ਦਾ ਸੱਚਾ ਗਿਆਨ ਸਮਝ ਵਿੱਚ ਆਉਣ ਲਾਵੇ ਗੁਰੂ ਦੇ ਰਾਹੀਂ। ਫਿਰ ਗੁਰੂ ਦੀ ਸ਼ਰਨ ਵਿੱਚ ਪੈ ਕੇ, ਸਤਿਗੁਰੂ ਕੇ ਸ਼ਬਦ ਦੇ ਰਾਹੀਂ, ਗੁਰਬਾਣੀ ਦੀ ਵਿਚਾਰ ਦੇ ਰਾਹੀਂ ਸਮਝ ਕੇ ਗੁਰੂ ਦੀਆਂ ਬਖਸ਼ਿਸ਼ਾਂ ਨੂੰ ਇਹ ਮਨ ਆਜ਼ਾਦ ਹੋ ਸਕਦਾ ਹੈ। ਇਸ ਮਨ ਵਿੱਚੋਂ ਵਿਕਾਰਾਂ ਦੀ ਅੱਗ ਬੁਝ ਸਕਦੀ ਹੈ। ਰਹਾਓ, ਇਹ ਰਹਾਓ ਦੀਆਂ ਪੰਕਤੀਆਂ ਨੇ। ਹੁਣ ਪਹਿਲਾ ਬੰਦ ਹੈ ਪਾਵਨ ਸ਼ਬਦ ਦਾ। ਕਹਿੰਦੇ ਮਨੁੱਖ ਦੇ ਜੀਵਨ ਦੇ ਵਿੱਚ ਗੁਲਾਮੀ ਕਿਉਂ ਹੈ? ਕਿਉਂਕਿ ਮਨੁੱਖ ਦੇ ਮਨ ਵਿੱਚ ਮੌਤ ਦਾ ਭੈ ਬੈਠਾ ਹੈ, ਡਰ ਬੈਠਾ ਹੈ ਕਿ ਮੈਂ ਮਰ ਨਾ ਜਾਵਾਂ ਜਾਂ ਮੈਨੂੰ ਕੋਈ ਮਾਰ ਨਾ ਦੇਵੇ। ਮਨੁੱਖ ਜਦੋਂ ਵੀ ਗੁਲਾਮ ਹੁੰਦਾ ਹੈ ਨਾ, ਨੰਬਰ 1 ਤੇ ਪਦਾਰਥਾਂ ਦੇ ਅਧੀਨ ਗੁਲਾਮ ਹੁੰਦਾ ਹੈ, ਨੰਬਰ 2 ਇਹ ਮੌਤ ਦੇ ਭੈ ਕਰਕੇ ਗੁਲਾਮ ਹੁੰਦਾ ਹੈ ਕਿ ਮੈਂ ਮਰਨਾ ਨਹੀਂ ਚਾਹੁੰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਨੇ ਮੌਤ ਨੂੰ ਨੰਬਰ 1 ਤੇ ਰੱਖਿਆ। ਕਹਿੰਦੇ ਚੇਤਾ ਰੱਖੀ, ਜੇ ਭਾਈ ਮੇਰੇ ਕੋਲ ਆਉਣਾ ਨਾ, ਜੇ ਮੇਰਾ ਸਿੱਖ ਬਣਨਾ ਚਾਹੁੰਦਾ, ਜੇ ਚਾਹੁੰਦਾ ਵੀ ਨਾਨਕ ਦਾ ਨਾਮ ਤੈਨੂੰ ਮਿਲੇ, ਤੂੰ ਨਾਨਕ ਨਾਮ ਲੇਵਾ ਅਖਵਾਵੇਂ, ਤੇ ਫਿਰ ਇਹ ਗੱਲ ਚੇਤੇ ਰੱਖ ਕੇ ਰੱਖੀ, ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਤਰ ਧਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਂਡ ਨਾ ਕੀਜੈ ਵਾਲੇ ਸਿਧਾਂਤ ਤੇ ਰਹੀ। ਕਿਉਂਕਿ ਇੱਥੇ ਤੇ ਭਾਈ ਸੱਚ ਹੀ ਕਹਿਣਾ ਹੈ, ਇੱਥੇ ਝੂਠ ਨਹੀਂ ਚੱਲਣਾ, ਇੱਥੇ ਬੇਈਮਾਨੀ ਨਹੀਂ ਚੱਲਣੀ, ਇੱਥੇ ਦੋ ਰੂਪ ਨਹੀਂ ਚੱਲਣੇ, ਇੱਥੇ ਭੇਖ ਨਹੀਂ ਚੱਲਣਾ, ਇੱਥੇ ਲਾਲਚ ਨਹੀਂ ਚੱਲਣਾ, ਇੱਥੇ ਤੇ ਪਿਆਰ ਚੱਲਣਾ ਹੈ। ਜੇ ਤੇਰੇ ਕੋਲ ਪਿਆਰ ਹੈ, ਜੇ ਮਾਨਵਤਾ ਦੇ ਪ੍ਰੇਮ ਰੱਖਦਾ ਹੈ, ਜੇ ਮਰਨਾ ਵੀ ਜਾਣਦਾ ਹੈ, ਮਿਟਣਾ ਵੀ ਜਾਣਦਾ ਹੈ, ਕਿਉਂਕਿ ਇੱਥੇ ਮਰਨਾ ਵੀ ਪੈਣਾ ਹੈ, ਤੇ ਫਿਰ ਆਵੀਂ ਮੇਰੇ ਕੋਲ। ਤੋ ਅੱਜ ਦਾ ਜਿਹੜਾ ਪਹਿਲਾ ਬੰਦ ਸਤਿਗੁਰੂ ਜੀ ਨੇ ਇਸੇ ਗੱਲ ਨੂੰ ਅੱਗੇ ਤੋਰਿਆ। ਕਹਿੰਦੇ ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਕਹਿੰਦੇ ਹੇ ਬ੍ਰਾਹਮਣ, ਜੇ ਤੂੰ ਮੈਨੂੰ ਇਹ ਡਰਾਵੇ ਪਾਵੇਂ ਨਾ ਕਿ ਵੀ ਮੈਂ ਡਰ ਜਾਵਾਂ ਤੇ ਮੈਂ ਚੁੱਪ ਹੋ ਜਾਵਾਂ ਤੇ ਮੈਂ ਝੂਠ ਤੇਰੇ ਨਾਲ ਬਹਿ ਕੇ ਬੋਲਣ ਲੱਗ ਪਵਾਂ, ਮੈਂ ਵੀ ਇਸ ਧਰਮ ਦੀ ਦੁਨੀਆ ਨੂੰ ਪੂਜਾਵਾਦ ਦੇ ਰੂਪ ਦੇ ਵਿੱਚ, ਪਖੰਡਵਾਦ ਵਿੱਚ ਇਹਦਾ ਪ੍ਰਚਾਰ ਕਰਨ ਲੱਗ ਪਵਾਂ, ਜਿਵੇਂ ਤੂੰ ਲੋਕਾਂ ਨੂੰ ਜਨੇਊ ਦੇ ਉੱਤੇ ਠੱਗ ਰਿਹਾ ਹੈ, ਧਰਮ ਦੇ ਨਾਂ ਤੇ ਠੱਗ ਰਿਹਾ ਹੈ, ਤੀਰਥਾਂ ਦੇ ਨਾਂ ਤੇ ਠੱਗ ਰਿਹਾ ਹੈ, ਪਾਠਾਂ ਦੇ ਨਾਂ ਤੇ, ਜਪਾਂ ਤਪਾਂ ਦੇ ਨਾਂ ਤੇ ਠੱਗ ਰਿਹਾ ਹੈ, ਤੇ ਮੈਂ ਚੁੱਪ ਹੋ ਜਾਵਾਂ, ਤੇ ਐਸੀ ਗੱਲ ਕੋਈ ਨਹੀਂ ਹੋ। ਇਹ ਮੇਰੇ ਕੋਲੋਂ ਨਾ ਆਸ ਰੱਖੀ ਕਿ ਮੈਂ ਚੁੱਪ ਹੋਵਾਂਗਾ, ਕਿਉਂਕਿ ਮੈਂ ਤੇ ਇੱਕ ਗੱਲ ਪੱਕੀ ਧਾਰ ਲਈ ਹੈ, ਮਰਨੇ ਕੀ ਚਿੰਤਾ ਨਹੀਂ, ਮੈਨੂੰ ਮੌਤ ਦੀ ਕੋਈ ਚਿੰਤਾ ਨਹੀਂ ਹੈ। ਨਹੀਂ ਜੀਵਨ ਕੀ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਤੇ ਨਾ ਹੀ ਮੇਰੇ ਜੀਵਨ ਦੇ ਵਿੱਚ ਕੋਈ ਜ਼ਿਆਦੀ ਲੰਬੀ ਉਮਰ ਜਿਉਣ ਦਾ ਕੋਈ ਮੇਰੇ ਮਨ ਵਿੱਚ ਕੋਈ ਲਾਲਚ ਹੈ ਕਿ ਮੈਂ ਲੰਬੀ ਉਮਰ ਜੀਵਾਂ। ਮਨੁੱਖ ਦੇ ਵਿੱਚ ਇਹੀ ਦੋ ਚੀਜ਼ਾਂ ਨੇ। ਅੱਜ ਜੇ ਅਸੀਂ ਗੁਲਾਮ ਹੋ ਰਹੇ ਹਾਂ ਨਾ, ਮੈਂ ਹੈਰਾਨ ਹੋ ਰਿਹਾ। ਬਲੈਕ ਪ੍ਰਿੰਸ ਮੂਵੀ ਬੜੀ ਸ਼ਿੱਦਤ ਦੇ ਨਾਲ ਗੁਰੂ ਕੀ ਸਿੱਖਾਂ ਨੇ ਤਿਆਰ ਕੀਤੀ ਹੈ ਮਹਾਰਾਜਾ ਦਲੀਪ ਸਿੰਘ ਦੇ ਉੱਪਰ, ਤੇ ਚਾਹੀਦਾ ਤੇ ਇਹ ਸੀ ਕਿ ਸਾਡਾ ਸਿੱਖ ਪਰਿਵਾਰ, ਅਸੀਂ ਜਿਤਨੇ ਅਸੀਂ ਗੁਰੂ ਨਾਨਕ ਨਾਮ ਲੇਵਾ ਅਖਾਉਣ ਵਾਲੇ ਹਾਂ, ਅਸੀਂ ਇਸ ਮੂਵੀ ਨੂੰ ਵੇਖੀਏ ਆਪਣੇ ਬੱਚਿਆਂ ਸਮੇਤ, ਆਪਣੇ ਪਰਿਵਾਰਾਂ ਸਮੇਤ। ਅਹਿਸਾਸ ਹੋਵੇਗਾ ਕਿ ਅਸੀਂ ਕਿਸ ਮਹਾਨ ਗੁਰੂ ਦੇ ਬੱਚੇ ਹਾਂ।
ਸਾਡੇ ਸਤਿਗੁਰੂ ਸਾਹਿਬਾਨ ਨੇ ਕੀ ਕੁਝ ਦਿੱਤਾ ਹੈ ਸਾਨੂੰ, ਕੀ ਕੁਝ ਸਾਡੀ ਝੋਲੀ 'ਚ ਪਾਇਆ ਹੈ, ਕੀ ਕੁਝ ਸਾਨੂੰ ਮੇਰੇ ਪਾਤਸ਼ਾਹ ਜੀ ਦੇ ਕੇ ਗਏ ਸਨ, ਕਿੱਡੇ ਵੱਡੇ ਬਾਦਸ਼ਾਹੀ ਦੇ ਮਾਲਕ ਬਣਾ ਕੇ ਗਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਬਾਬਤ ਅਸੀਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਬੜੀਆਂ ਕਹਾਣੀਆਂ ਘੜੀਆਂ ਨੇ, ਪਰ ਮੈਂ ਹੈਰਾਨ ਹੁੰਦਾ ਕੈਸੀ ਮਹਾਨ ਆਤਮਾ ਹੋਵੇਗੀ ਮਹਾਰਾਣੀ ਜਿੰਦਾਂ, ਜਿਹੜੀ ਆਪਣੇ ਪੁੱਤਰ ਨੂੰ ਕਹਿੰਦੀ ਹੈ ਵੀ ਪੁੱਤ ਵੇ, ਜੇ ਤੂੰ ਕੇਸ ਕਟਾ ਦਿੱਤੇ ਆ ਤੇ ਤੂੰ ਮੇਰਾ ਪੁੱਤਰ ਨਹੀਂ ਹੋ ਸਕਦਾ। ਇਹ ਉਹਨਾਂ ਦੀਆਂ ਕਹਾਣੀਆਂ ਨੇ, ਇਹ ਉਹਨਾਂ ਦੀਆਂ ਦਾਸਤਾਨਾਂ ਨੇ ਜਿਨ੍ਹਾਂ ਨੇ ਗੁਰੂ ਨੂੰ ਜੀਵਨ 'ਚ ਵਸਾਇਆ ਸੀ। ਦੂਜੇ ਵਾਸਤੇ ਤਾਂ ਹੀ ਸਿੱਖ ਖੜਿਆ ਨਾ। ਸਿੱਖ ਦੀਆਂ ਜਿਤਨਾ ਕੁਝ ਸਿੱਖ ਨੇ ਦਿੱਤਾ ਹੈ, ਸਿੱਖ ਨੇ ਆਪਣੇ ਵਾਸਤੇ ਤੇ ਕੁਝ ਵੀ ਨਹੀਂ ਦਿੱਤਾ। ਘੋੜਿਆਂ ਦੀਆਂ ਕਾਠੀਆਂ ਤੇ ਸਿੱਖ ਬੈਠਾ ਹੈ, ਜੰਗਲਾਂ ਦੇ ਵਿੱਚ ਰਿਹਾ ਹੈ, ਛੋਲਿਆਂ ਨੂੰ ਬਦਾਮ ਕਹਿ ਕੇ ਖਾਂਦਾ ਰਿਹਾ ਹੈ, ਸੁੱਕੀਆਂ ਰੋਟੀਆਂ ਦੇ ਟੁਕੜ ਚੱਬਦਾ ਰਿਹਾ ਹੈ। ਕਾਹਦੇ ਵਾਸਤੇ? ਕਿਉਂਕਿ ਅੰਦਰ ਇਹ ਰਾਜ਼ ਭਾਵਨਾ ਪੈਦਾ ਕਰ ਦਿੱਤੀ ਸੀ ਸਤਿਗੁਰ ਨੇ। ਸਾਹਿਬ ਮੇਰਾ ਇੱਕੋ ਹੈ ਦੀ ਬਾਤ ਕਹਿ ਕੇ ਇਸ ਨੂੰ ਇੱਕ ਅਕਾਲ ਪੁਰਖ ਦਾ ਗੁਲਾਮ ਬਣਾ ਦਿੱਤਾ ਸੀ। ਦੁਨਿਆਵੀ ਲੋਕਾਂ ਦੀਆਂ ਗੁਲਾਮੀਆਂ ਦੀਆਂ ਬੇੜੀਆਂ ਸਿੱਖ ਨੇ ਤੋੜ ਦਿੱਤੀਆਂ ਸਨ। ਕਿਉਂਕਿ ਸਤਿਗੁਰੂ ਜੀ ਨੇ ਜਦੋਂ ਸੱਚ ਦੀ ਗੱਲ ਕਹੀ ਹੋਊਗੀ, ਹੁਣ ਤੁਸੀਂ ਕੀ ਜਾਣਦੇ ਹੋ ਕਿ ਸਤਿਗੁਰੂ ਸਾਹਿਬ ਉੱਤੇ ਜੇ ਕੋਈ ਕੰਧ ਸੁੱਟਣ ਦੀ ਯਤਨ ਕਰ ਰਿਹਾ ਹੈ ਕਿ ਅਸੀਂ ਬਾਬੇ ਨਾਨਕ ਨੂੰ ਕੰਧ ਸੁੱਟ ਕੇ ਮਾਰ ਦੇਣਾ ਹੈ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਿੱਡੇ ਮਹਾਨ ਖਤਰਾ ਹੋਣਗੇ ਉਹਨਾਂ ਵਾਸਤੇ। ਕਿਉਂਕਿ ਸਤਿਗੁਰੂ ਸੱਚ ਕਹਿੰਦੇ ਸਨ। ਅੱਜ ਵੀ ਸੱਚ ਸੁਣਨਾ ਤੇ ਸੱਚ ਸੁਣਾਉਣਾ ਉਨਾ ਹੀ ਖਤਰਨਾਕ ਹੈ। ਅੱਜ ਵੀ ਪ੍ਰਚਾਰਕਾਂ ਤੇ ਹਮਲੇ ਨੇ। ਕਿਉਂ? ਕਿਉਂਕਿ ਸੱਚ ਚੁੱਪ ਕਰਾ ਦਿੱਤਾ ਜਾਵੇ, ਪਰ ਸੱਚ ਕਦੀ ਚੁੱਪ ਨਹੀਂ ਹੁੰਦਾ। ਸੱਚ ਸੱਚ ਰਹਿੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ, ਤੁਸੀਂ ਮੈਨੂੰ ਪਿੰਜਰੇ ਦੇ ਵਿੱਚ ਤਾੜ ਕੇ ਇਹ ਸੋਚਦੇ ਹੋ ਸ਼ਾਇਦ ਸੱਚ ਦੀ ਜ਼ਬਾਨ ਰੁਕ ਜਾਵੇਗੀ, ਤੁਸੀਂ ਮੈਨੂੰ ਮਿਟਾ ਲੂੰਗੇ, ਮੇਰੇ ਸਰੀਰ ਨੂੰ ਖਤਮ ਕਰ ਦੂੰਗੇ। ਪਰ ਗੁਰੂ ਨਾਨਕ ਸਰੀਰ ਨਹੀਂ ਆ, ਗੁਰੂ ਨਾਨਕ ਇੱਕ ਸੋਚ ਹੈ। ਸਤਿਗੁਰੂ ਦਾ ਨਾਨਕ ਦਾ ਘਰ ਇੱਕ ਵਿਚਾਰਧਾਰਾ ਹੈ। ਸਤਿਗੁਰੂ ਗੁਰੂ ਨਾਨਕ ਦਾ ਘਰ ਇੱਕ ਵਿਸ਼ਾ ਹੈ। ਇੱਕ ਗੁਰੂ ਨਾਨਕ ਸਾਹਿਬ ਦਾ ਘਰ ਇੱਕ ਵਿਚਾਰ ਆ ਜਿਹੜੀ ਮਾਨਵਤਾ ਨੂੰ ਦੇ ਕੇ ਚੱਲਿਆ, ਇਹ ਕਦੀ ਨਹੀਂ ਮਿਟਣੀ। ਤੁਸੀਂ ਮੈਨੂੰ ਮਿਟਾ ਲਓ। ਤੇ ਉਹ ਆਤਮਿਕ ਜਾਗਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਹੈ। ਜਾਗ ਦਾ ਦੀਪਕ, ਜਗ ਦਾ ਦੀਵਾ, ਜਿੱਥੋਂ ਅਸੀਂ ਗੁਰਬਾਣੀ ਇਸ ਯੁੱਗ ਮੈਂ ਚਾਨਣ ਲੈ ਕੇ ਚਾਨਣ ਦੇਣਾ ਹੈ। ਤਾਂ ਸਾਹਿਬ ਕਹਿੰਦੇ ਮੈਨੂੰ ਤੇ ਨਹੀਂ ਜੀ ਚਿੰਤਾ, ਮਰਨੇ ਕੀ ਚਿੰਤਾ ਨਹੀਂ, ਮੌਤ ਦੀ ਹੁਣ ਕੋਈ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ। ਹੁਣ ਇਹ ਵੀ ਮੇਰੇ ਜੀਵਨ 'ਚ ਆਸ ਨਹੀਂ ਕਿ ਮੈਂ ਲੰਬੀਆਂ ਉਮਰਾਂ ਭੋਗਾਂ, ਬਹੁਤ ਲੰਬੀ ਉਮਰ ਜੀਵਾਂ, ਮੈਂ ਇਹ ਵੀ ਆਸ ਨਹੀਂ ਰੱਖਦਾ। ਤੂੰ ਸਰਬ ਜੀਆਂ ਪ੍ਰਿਤ ਪਾਲਹੀ ਲੇਖੈ ਸਾਸ ਗਿਰਾਸ। ਕਿਉਂਕਿ ਮੈਨੂੰ ਇੱਕ ਗੱਲ ਮੇਰੇ ਕੰਨ 'ਚ ਪੈ ਗਈ ਹੈ, ਮੈਨੂੰ ਸਮਝ ਪੈ ਗਈ ਹੈ, ਕੋਈ ਕਿਸੇ ਨੂੰ ਮਾਰਨ ਵਾਲਾ ਨਹੀਂ। ਤੂੰ ਹੀ ਸਾਰਿਆਂ ਜੀਵਾਂ ਨੂੰ ਪ੍ਰਤਪਾਲਦਾ ਹੈ ਮੇਰੇ ਪ੍ਰਮਾਤਮਾ ਜੀ। ਤੂੰ ਹੀ ਸਾਰਿਆਂ ਦੇ ਜੀਵਾਂ ਦੇ ਵਾਸਤੇ ਰੋਜੀ ਰੋਟੀ ਦੀ ਬੁਰਕੀ ਦਾ ਪ੍ਰਬੰਧ ਕੀਤਾ ਹੈ। ਤੂੰ ਹੀ ਸਵਾਸ ਗਿਰਾਸ ਉਹਨਾਂ ਦੇ ਭੋਜਨ ਉਹਨਾਂ ਨੂੰ ਖਵਾ ਰਿਹਾ ਹੈ। ਤੂੰ ਹੀ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰ ਰਿਹਾ ਹੈ। ਅੰਤਰ ਗੁਰਮੁਖ ਤੂੰ ਵਸੈ, ਜਿਉ ਭਾਵੈ ਤਿਉ ਨਿਰਜਾਸ। ਹੇ ਪ੍ਰਭੂ, ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ, ਜਿਹੜਾ ਸਤਿਗੁਰ ਦੇ ਸਨਮੁਖ ਰਹਿੰਦਾ ਹੈ ਸਿੱਖ, ਜਿਹੜਾ ਗੁਰੂ ਨੂੰ ਨਿਤ ਆਪਣੇ ਜੀਵਨ 'ਚ ਵਸਾਉਂਦਾ ਹੈ, ਗੁਰਬਾਣੀ ਨੂੰ ਕੋਖ ਪੜਚੋਲ ਕੇ ਵਿਚਾਰ ਕੇ ਸਮਝ ਕੇ ਗੁਰਬਾਣੀ ਦਾ ਭੋਜਨ ਕਰਦਾ ਹੈ, ਸਤਿਗੁਰੂ ਕਹਿੰਦੇ ਉਸ ਮਨੁੱਖ ਦੇ ਅੰਦਰ ਹੈ ਪ੍ਰਮਾਤਮਾ ਜੀ ਤੂੰ ਪ੍ਰਗਟ ਹੋ ਜਾਂਦਾ ਹੈ। ਉਸ ਮਨੁੱਖ ਦੇ ਅੰਦਰ ਹੈ ਪ੍ਰਮਾਤਮਾ ਜੀ ਤੂੰ ਆ ਕੇ ਵਸ ਜਾਣਾ ਹੈ। ਉਸ ਮਨੁੱਖ ਦੇ ਅੰਦਰ ਪ੍ਰਮਾਤਮਾ ਜੀ ਤੁਹਾਡਾ ਵਾਸਾ ਹੋ ਜਾਂਦਾ ਹੈ। ਉਹਨੂੰ ਯਕੀਨ ਬਣ ਜਾਂਦਾ ਹੈ ਕਿ ਮੈਂ ਅਲੱਗ ਨਹੀਂ, ਮੈਂ ਪ੍ਰਮਾਤਮਾ ਤੋਂ ਦੂਰ ਨਹੀਂ। ਉਹਦੇ ਅੰਦਰ ਇਹ ਯਕੀਨ ਬਣ ਜਾਂਦਾ ਹੈ ਕਿ ਮੈਂ ਤੇਰੀ ਰਜ਼ਾ ਦੇ ਵਿੱਚ ਤੁਰਨਾ ਹੈ, ਤੇਰੇ ਭਾਣੇ ਵਿੱਚ ਤੁਰਨਾ ਹੈ, ਕਿਉਂਕਿ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ ਹੈ। ਲਕਸ਼ਮਣ ਸਿੰਘ ਧਾਰੋਵਾਲੀਏ ਵਰਗਾ ਸਿੱਖ ਦੁਨੀਆ ਦੇ ਵਿੱਚ ਨਹੀਂ ਕਿਤੇ ਲੱਭਣਾ। ਇਤਨਾ ਯਕੀਨ ਤੇ ਇਤਨਾ ਭਰੋਸਾ ਹੈ ਗੁਰੂ ਤੇ, ਸੱਚ ਦੇ ਵਾਸਤੇ ਆਪਣੇ ਆਪ ਨੂੰ ਮਿਟਾਇਆ ਜਾ ਰਿਹਾ ਹੈ। ਕੁਰਬਾਨੀ ਹੈ, ਸ਼ਹਾਦਤ ਹੈ। ਸ਼ਹਾਦਤ ਦਾ ਅਰਥ ਹੀ ਗਵਾਹੀ ਹੈ। ਤੋ ਯਕੀਨ ਬਣ ਗਿਆ ਹੈ ਤੂੰ ਸਾਰਿਆਂ ਨੂੰ ਪ੍ਰਤਪਾਲਣਾ ਕਰਨ ਵਾਲਾ ਹੈ। ਜੀ ਅਰੇ ਰਾਮ ਜਪਤ ਮਨ ਮਾਨ। ਹੇ ਮੇਰੀ ਜਿੰਦੇ, ਫਿਰ ਇਸ ਆਤਮਾ ਨੂੰ ਸਮਝਾ। ਹੇ ਮੇਰੀ ਆਤਮਾ, ਇਸ ਮਨ ਨੂੰ ਸਮਝਾ। ਇਹ ਗੁਲਾਮੀਆਂ ਛੱਡ ਦੇ, ਇਹ ਲੋਟ ਝੂਠ ਬੋਲਣਾ ਛੱਡ ਦੇ, ਬੇਈਮਾਨੀਆਂ ਛੱਡ ਦੇ। ਆਹ ਜਿਹੜਾ ਉੱਪਰ ਧਰਮ ਦਾ ਬਾਣਾ ਪਾ ਕੇ ਅੰਦਰ ਬੇਈਮਾਨੀ ਪਾ ਕੇ ਬੈਠਾ ਨਾ, ਇਹ ਛੱਡ ਦੇ ਤੇ ਸਦਾ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣੇ, ਪ੍ਰਮਾਤਮਾ ਦੇ ਨਾਲ ਸਾਂਝ ਪਾ ਲਵੇ ਤੇ ਜੀਵਨ ਸੱਚ ਦੇ ਰਾਹ ਤੇ ਤੋਰ ਲਵੇ। ਪਾਇਆ ਗੁਰਮੁਖ ਗਿਆਨ।
ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਸੜਦੀ ਬਲਦੀ ਈਰਖਾ ਦੀ ਪਈ ਹੈ ਨਾ, ਇਹ ਬੁਝ ਸਕਦੀ ਹੈ ਜੇ ਗੁਰੂ ਦਾ ਗਿਆਨ ਸਮਝ ਵਿੱਚ ਆ ਜਾਵੇ, ਪਰਮਾਤਮਾ ਦਾ ਗਿਆਨ ਪੱਲੇ ਪੈ ਜਾਵੇ। ਇਹ ਰਹਾਉ ਦੀਆਂ ਪੰਕਤੀਆਂ ਨੇ। ਅਗਲਾ ਬੰਦ ਹੈ, ਅੰਤਰ ਕੀ ਗਤ ਜਾਣੀ ਹੈ, ਗੁਰ ਮਿਲੀਐ ਸ਼ੰਕ ਉਤਾਰ। ਗਤ ਦਾ ਅਰਥ ਹੈ ਹਾਲਤ। ਗੁਰ ਮਿਲੀ ਹੈ, ਗੁਰੂ ਨੂੰ ਮਿਲਣਾ ਚਾਹੀਦਾ ਹੈ। ਸ਼ੰਕ ਉਤਾਰ, ਸ਼ੰਕਾ ਉਤਾਰ ਕੇ, ਪੂਰੀ ਸ਼ਰਧਾ ਨਾਲ, ਯਕੀਨ ਕਰਕੇ। ਸਤਿਗੁਰੂ ਕਹਿੰਦੇ ਜੇ ਪੂਰੀ ਸ਼ਰਧਾ ਦੇ ਨਾਲ ਮਨ ਤੋਂ ਇਹ ਸ਼ੰਕਾ ਲਾਹ ਦਿੱਤਾ ਜਾਵੇ ਤੇ ਮਨ ਤੋਂ ਇਹ ਸ਼ੰਕਾ ਲਾਹ ਕੇ ਯਕੀਨ ਕਰਕੇ ਗੁਰੂ ਦੇ ਚਰਨਾਂ ਵਿੱਚ ਟਿਕ ਜਾਇਆ ਜਾਵੇ, ਗੁਰਬਾਣੀ ਨੂੰ ਸਮਝਣ ਵਾਲੇ ਪਾਸੇ ਤੁਰ ਲਿਆ ਜਾਵੇ, ਸਤਿਗੁਰ ਦੇ ਸਿਧਾਂਤ ਨੂੰ ਅਪਣਾ ਲਿਆ ਜਾਵੇ ਤੇ ਸਤਿਗੁਰੂ ਕੀ ਸ਼ਰਨ ਵਿੱਚ ਸਮਰਪਣ ਕਰ ਦਿੱਤਾ ਜਾਵੇ, ਤਾਂ ਫਿਰ ਕੀ ਹੁੰਦਾ ਹੈ? ਅੰਤਰ ਕੀ ਗਤ ਜਾਣੀ ਹੈ। ਅੰਦਰ ਬੈਠੇ ਵਸਦਾ ਪ੍ਰਮਾਤਮਾ ਸਮਝ ਵਿੱਚ ਆਉਣ ਲੱਗ ਪੈਂਦਾ ਹੈ। ਉਹ ਪਰਿਪੂਰਨ ਪ੍ਰਮਾਤਮਾ ਜੀਵਨ ਦੇ ਵਿੱਚ ਵਸਣ ਲੱਗ ਪੈਂਦਾ ਹੈ। ਮੋਇਆਂ ਜਿਤ ਕਰ ਜਾਈਐ ਤਿਤ ਜੀਵਨ ਦਿਆਂ ਮਰ ਮਾਰ। ਸਤਿਗੁਰੂ ਕਹਿੰਦੇ ਜ਼ਿੰਦਗੀ ਆਪਣੀ ਇਸ ਤਰੀਕੇ ਨਾਲ ਜੀ, ਮਰਨ ਤੋਂ ਬਾਅਦ ਜਿਸ ਘਰ ਦੇ ਵਿੱਚ ਜਾਣਾ ਹੈ, ਆਖਰ ਇਹ ਮੌਤ ਆਉਣੀ ਹੈ, ਮਰਨਾ ਆਖਰ ਪੈਣਾ ਹੀ ਹੈ। ਫਿਰ ਆਪਣੇ ਵਿੱਚੋਂ ਇਹ ਮੌਤ ਦਾ ਭੈ ਕੱਢ ਦੇ, ਆਪਣੇ ਵਿੱਚੋਂ ਇਹ ਮੌਤ ਦਾ ਡਰ ਕੱਢ ਦੇ ਤੇ ਆਪਣੇ ਵਿੱਚੋਂ ਇਹ ਮੌਤ ਦਾ ਡਰ ਕੱਢ ਕੇ ਮੌਤ ਰੂਪੀ ਲਾੜੀ ਨੂੰ ਵਿਆਹ ਲਾ, ਮੋਇਆਂ ਜਿੱਤ ਕਰ ਜਾਈਏ। ਤੇ ਆਪਣੇ ਆਪ ਵਿੱਚੋਂ ਈਰਖਾ ਮਾਰ ਦੇ। ਮਰਨਾ ਕਿਹੜਾ ਹੈ? ਈਰਖਾ ਮਾਰਨੀ ਹੈ, ਆਪਣਾ ਅਹੰਗ ਮਾਰਨਾ ਹੈ, ਆਪਣਾ ਦੇਹ ਅਹੰਕਾਰ ਮਾਰਨਾ ਹੈ, ਆਪਣਾ ਮਾਇਆ ਦਾ ਅਹੰਕਾਰ ਮਾਰਨਾ ਹੈ। ਤੇ ਇਹਨੂੰ ਜੇ ਮਾਰ ਦੇਵੇਂਗਾ ਨਾ ਤੇ ਪ੍ਰਮਾਤਮਾ ਨਾਲ ਸਾਂਝ ਪੈ ਜਾਵੇਗੀ, ਉਹਦੇ ਨਾਲ ਜੀਵਨ ਵਸ ਵਿੱਚ ਆ ਜਾਵੇਗਾ। ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ। ਚੇਤਾ ਰੱਖੀ, ਜਿੱਦਣ ਤੂੰ ਆਪਣੇ ਆਪ ਨੂੰ ਮਾਰ ਲਿਆ ਨਾ, ਆਪਣੀਆਂ ਵਿਕਾਰਾਂ ਨੂੰ, ਆਪਣੇ ਅੰਦਰ ਬੈਠੇ ਹੰਕਾਰ ਨੂੰ, ਆਪਣੀ ਮੈਂ ਮੇਰੀ ਨੂੰ, ਆਪਣੇ ਅੰਦਰ ਬੈਠੀ ਜਿਹੜੀ ਨਫ਼ਰਤ ਉਹਨੂੰ ਮਾਰ ਲਿਆ ਨਾ, ਤੇ ਕੀ ਹੋਵੇਗਾ? ਅੰਦਰ ਅਨਹਦ ਸ਼ਬਦ ਸੁਹਾਵਣੇ, ਅੰਦਰ ਗੁਰੂ ਦੀ ਸੱਚੀ ਸਿੱਖਿਆ, ਗੁਰੂ ਦੀ ਸੱਚੀ ਦੀਖਿਆ ਦੇ ਰਾਹੀਂ ਪ੍ਰਮਾਤਮਾ ਦੇ ਸਲਾਹ ਦੇ ਸੋਹਣੇ ਸ਼ਬਦ ਹਿਰਦੇ ਵਿੱਚ ਵੱਜਣ ਲੱਗ ਪੈਣਗੇ। ਭਾਵ ਹਿਰਦਾ ਜਿਹੜਾ ਪਹਿਲਾਂ ਮੈਂ ਕਰਦਾ ਸੀ, ਹੁਣ ਤੂੰ ਕਰਨ ਲੱਗ ਪਵੇਗਾ। ਹਿਰਦੇ ਵਿੱਚ ਹੁਣ ਸਾਰੀ ਮਾਨਵਤਾ ਵਾਸਤੇ ਪਿਆਰ ਉਮੜਾਵੇਗਾ। ਹੁਣ ਕੋਈ ਬਗਾਨਾ, ਕੋਈ ਵੈਰੀ ਨਹੀਂ ਲੱਗੇਗਾ। ਹੁਣ ਸਾਰੇ ਪਿਆਰੇ ਨਜ਼ਰ ਆਉਣਗੇ। ਸਾਂਝ ਬਣ ਜਾਵੇਗੀ ਪ੍ਰਮਾਤਮਾ ਦੇ ਨਾਲ। ਹਿਰਦੇ ਵਿੱਚ ਇੱਕ ਰਸ ਪ੍ਰਮਾਤਮਾ ਦਾ ਪਿਆਰ ਵਸ ਜਾਵੇਗਾ। ਅਨਹਦ ਬਾਣੀ ਪਾਈ ਹੈ ਤੈ ਹਉਮੈ ਹੋਏ ਵਿਨਾਸ਼। ਹੁਣ ਅਗਲੀਆਂ ਪੰਕਤੀਆਂ ਨੇ। ਤੀਸਰੇ ਬੰਦ ਦਾ ਪਹਿਲਾ ਬੰਦ ਹੈ, ਅਨਹਦ ਬਾਣੀ ਪਾਈ ਹੈ ਤੈ ਹਉਮੈ ਹੋਏ ਵਿਨਾਸ਼। ਅਨਹਦ ਬਾਣੀ ਇੱਕ ਰਸ ਸਿਫਤ ਸਲਾਹ ਵਾਲੀ ਅਵਸਥਾ। ਬਾਣੀ ਪ੍ਰਮਾਤਮਾ ਦੀ ਸਿਫਤ ਸਲਾਹ। ਕਹਿੰਦੇ ਜਦੋਂ ਇੱਕ ਰਸ ਸਿਫਤ ਸਲਾਹ ਵਾਲੀ ਪ੍ਰਮਾਤਮਾ ਦੀ ਬਾਣੀ ਚਿੱਤ ਵਿੱਚ ਵਸਦੀ ਹੈ, ਜਦੋਂ ਪ੍ਰਮਾਤਮਾ ਦਾ ਗਿਆਨ ਗੁਰਬਾਣੀ ਦੇ ਰਾਹੀਂ ਚਿੱਤ ਵਿੱਚ ਵਸਦਾ ਹੈ ਤੇ ਮਨੁੱਖ ਦੀ ਅਵਸਥਾ, ਗੁਰਸਿੱਖ ਦੀ ਅਵਸਥਾ ਉੱਚੀ ਹੋਣ ਲੱਗ ਪੈਂਦੀ ਹੈ। ਤੇ ਉਸ ਅਵਸਥਾ ਵਿੱਚ ਮਨੁੱਖ ਦੇ ਅੰਦਰੋਂ ਕੀ ਹੁੰਦਾ ਹੈ? ਹਉਮੈ ਹੋਏ ਵਿਨਾਸ਼। ਮੈਂ ਮੇਰੀ ਹਉਮੈ, ਈਗੋ, ਇਹ ਨਾਸ਼ ਹੋਣ ਲੱਗ ਪੈਂਦੀ ਹੈ। ਆਪਣੇ ਅੰਦਰ ਦੀ ਗਰੀਬੀ ਦਿਸਣ ਲੱਗ ਪੈਂਦੀ ਹੈ। ਫਿਰ ਮੈਂ ਵੱਡਾ ਹੋ ਜਾਵਾਂ ਜਾਂ ਮੈਂ ਵੱਡਾ ਹਾਂ, ਇਹ ਹਾਲਤ ਜੀਵਨ ਦੇ ਵਿੱਚੋਂ ਮੁੱਕ ਜਾਂਦੀ ਹੈ। ਸਤਿਗੁਰੂ ਸੇਵੇ ਆਪਣਾ ਹਉ ਸਤਿਗੁਰ ਬਾਣੇ ਦਾਸ। ਮੈਂ ਸਦਾ ਸਦਕੇ ਜਾਂਦਾ ਹਾਂ ਐਸਿਆਂ ਗੁਰਮੁਖ ਪਿਆਰਿਆਂ ਤੋਂ ਜੋ ਸਦਾ ਸਤਿਗੁਰੂ ਨੂੰ ਸੇਵਦੇ ਹਨ, ਗੁਰਬਾਣੀ ਨੂੰ ਜੀਵਨ 'ਚ ਵਸਾਉਂਦੇ ਹਨ, ਗੁਰੂ ਦੀ ਮੱਤ ਲੈਂਦੇ ਹਨ ਤੇ ਗੁਰੂ ਦੇ ਦੱਸੇ ਰਾਹ ਦੇ ਉੱਤੇ ਤੁਰਦੇ ਹਨ। ਖੜ ਦਰਗਾਹ ਪੈ ਨਾਈ ਹੈ ਮੁਖ ਹਰ ਨਾਮ ਨਿਵਾਸ। ਖੜ ਲੈ ਜਾ ਕੇ, ਆਪੜਾ ਕੇ, ਪਹਿਨਾਈ ਹੈ, ਸਰੋਪੇ ਨਾਲ ਆਦਰ ਕੀਤਾ ਜਾਂਦਾ ਹੈ, ਸਤਿਕਾਰੇ ਜਾਂਦੇ ਹਨ। ਕਹਿੰਦੇ ਜਿਹੜੇ ਮਨੁੱਖ ਸਤਿਗੁਰੂ ਕੇ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੇ ਹਨ, ਗੁਰੂ ਸ਼ਬਦ ਨੂੰ ਜੀਵਨ 'ਚ ਵਸਾ ਲੈਂਦੇ ਹਨ, ਉਹ ਸੰਸਾਰ ਦੇ ਵਿੱਚ ਵੀ ਸਦਾ ਹੀ ਸਤਿਕਾਰੇ ਜਾਂਦੇ ਹਨ ਤੇ ਉਹਨਾਂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਤੇ ਪ੍ਰਮਾਤਮਾ ਦੀ ਹਾਜ਼ਰੀ ਦੇ ਵਿੱਚ ਵੀ ਉਹ ਆਦਰ ਤੇ ਸਤਿਕਾਰ ਵਾਲੇ ਬਣ ਜਾਂਦੇ ਹਨ। ਜੈ ਦੇਖਾਂ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ।
ਪਰ ਸਤਿਗੁਰੂ ਕਹਿੰਦੇ ਇੱਕ ਬੰਨੇ ਮੈਂ ਵੇਖਦਾ ਜਿੱਥੇ ਕਿਤੇ ਨਿਗਾਹ ਮਾਰਦਾ ਮਨੁੱਖ ਮਾਇਆ ਦੇ ਹੀ ਖੇਡ ਦੇ, ਮਾਇਆ ਦੇ ਹੱਥ ਦਾ ਹੀ ਖਿਡਾਰੀ ਬਣਿਆ, ਮਾਇਆ ਦੇ ਹੱਥ ਦਾ ਹੀ ਖਿਡੌਣਾ ਬਣਿਆ। ਸਾਰੇ ਸੰਸਾਰ ਦੀ ਇਹੀ ਹਾਲਤ ਹੈ ਕਿ ਮਨੁੱਖ ਪ੍ਰਮਾਤਮਾ ਦੀ ਬੰਦਗੀ, ਪ੍ਰਮਾਤਮਾ ਦੇ ਹੁਕਮ ਨੂੰ ਛੱਡ ਕੇ, ਪ੍ਰਮਾਤਮਾ ਦੀ ਬੰਦਗੀ ਛੱਡ ਕੇ ਮਾਇਆ ਦੇ ਲਾਲਚ ਵਿੱਚ ਲੱਗਾ ਹੈ ਤੇ ਮਾਇਆ ਦੇ ਵਿੱਚ ਮਸਤ ਹੋਇਆ ਪਿਆ ਹੈ। ਹਰ ਪਾਸੇ ਮਾਇਆ ਹੀ ਮਾਇਆ ਤੇ ਮਾਇਆ ਦੀ ਦੌੜ ਵਿੱਚ ਫਸਿਆ ਪਿਆ ਹੈ। ਤ੍ਰੈ ਗੁਣ ਬੰਦੀ ਦੇਹੁਰੀ ਜੋ ਆਇਆ, ਤ੍ਰੈ ਗੁਣ ਬੰਦੀ ਦੇਹੁਰੀ ਜੋ ਆਇਆ ਜਗ ਸੋ ਖੇਲ। ਮਨੁੱਖ ਦਾ ਸਰੀਰ ਮਾਇਆ ਦੇ ਤਿੰਨਾਂ ਗੁਣਾਂ ਦੇ ਵਿੱਚ ਹੀ ਬੱਝਾ ਹੋਇਆ ਹੈ, ਰਜੋ ਤਮੋ ਸਤੋ। ਇਹ ਸਦਾ ਆਪਣੇ ਮਨ ਦੀਆਂ ਹੀ ਕਰਦਾ ਹੈ ਤੇ ਆਪਣੇ ਮਨ ਦੇ ਪਿੱਛੇ ਹੀ ਤੁਰਦਾ ਹੈ। ਜਿਹੜਾ ਵੀ ਜੀਵ ਆਪਣੇ ਮਰਨ ਦੇ ਪਿੱਛੇ ਤੁਰਨ ਵਾਲਾ ਵਾ ਨਾ, ਉਹ ਸਦਾ ਇਸ ਮਾਇਆ ਦੀ ਖੇਡਦਾ ਰਹਿੰਦਾ ਹੈ ਤੇ ਉਹ ਮਾਇਆ ਦੇ ਵਿੱਚ ਹੀ ਲਿਪਤ ਰਹਿੰਦਾ ਹੈ ਤੇ ਸਦਾ ਮਾਇਆ ਦੀ ਬੋਲੀ ਬੋਲਦਾ ਹੈ। ਆਇਆ ਜਗ ਸੋ ਖੇਲ। ਤੇ ਇਸ ਸੰਸਾਰ ਦੇ ਤਮਾਸ਼ੇ ਦਾ ਅੱਜ ਤਮਾਸ਼ਬੀਨ ਬਣ ਕੇ, ਇਸ ਸੰਸਾਰ ਦੇ ਤਮਾਸ਼ੇ ਦਾ ਅੰਗ ਬਣ ਕੇ ਪ੍ਰਮਾਤਮਾ ਤੋਂ ਦੂਰ ਹੋ ਜਾਂਦਾ ਹੈ। ਵਿਨ ਜੋਗੀ ਦੁੱਖ ਵਿਛੁੜੇ ਮਨਮੁਖ ਲਹਿ ਨਾ ਮੇਲ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਹੜੇ ਬੰਦੇ ਨੇ, ਇਹ ਕਦੀ ਫਿਰ ਪ੍ਰਮਾਤਮਾ ਨਾਲ ਮਿਲਾਪ ਨਹੀਂ ਕਰ ਪਾਉਂਦੇ, ਕਿਉਂਕਿ ਉਹ ਸਦਾ ਵਿਛੜੇ ਰਹਿੰਦੇ ਹਨ। ਆਪਣੇ ਅਵਗੁਣਾਂ ਕਰਕੇ ਉਹ ਸਦਾ ਪ੍ਰਮਾਤਮਾ ਤੋਂ ਦੂਰ ਰਹਿੰਦੇ ਹਨ ਤੇ ਸਦਾ ਆਪਣੇ ਜੀਵਨ ਦੇ ਵਿੱਚ ਦੁਖੀ ਰਹਿੰਦੇ ਹਨ। ਆਖਰੀ ਬੰਦ ਹੈ ਅੱਜ ਦੇ ਪਾਵਨ ਸ਼ਬਦ ਦਾ, ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ। ਕਹਿੰਦੇ ਜਿਨ੍ਹਾਂ ਨੇ ਸੰਸਾਰ ਦੇ ਵਿੱਚ ਰਹਿ ਕੇ, ਮਾਇਕ ਪਦਾਰਥਾਂ ਵਿੱਚ ਰਹਿ ਕੇ ਆਪਣੇ ਮਨ ਨੂੰ ਗੁਰਮਤਿ ਦੀ ਕਸਵੱਟੀ ਤੇ ਲਾ ਲਿਆ ਤੇ ਮਨ ਨੂੰ ਪ੍ਰਮਾਤਮਾ ਦੀ ਬੰਦਗੀ, ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜੋੜ ਲਿਆ ਤੇ ਗ੍ਰਸਤੀ ਜੀਵਨ ਜਿਉਂਦਿਆਂ ਹੋਇਆਂ, ਪਰਿਵਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਜਿਹੜੇ ਬੈਰਾਗੀ ਬਣ ਗਏ, ਪਦਾਰਥਾਂ ਤੋਂ, ਮਾਇਆ ਤੋਂ ਘਰ ਵਸੈ, ਉਹਨਾਂ ਨੇ ਆਪਣਾ ਘਰ ਵਸਾ ਲਿਆ ਤੇ ਸੱਚੇ ਪ੍ਰਮਾਤਮਾ ਦਾ ਸਰੂਪ, ਪ੍ਰਮਾਤਮਾ ਉਹਨਾਂ ਦੇ ਜੀਵਨ ਦੇ ਵਿੱਚ ਵਸ ਗਿਆ, ਸੱਚ ਭੈ ਰਾਤਾ ਹੋਏ। ਤੇ ਉਹਨਾਂ ਦੇ ਹਿਰਦੇ ਵਿੱਚ ਸਦਾ ਪ੍ਰਮਾਤਮਾ ਦਾ ਨਿਰਮਲ ਅਦਬ, ਸਤਿਕਾਰ ਸਦਾ ਉਹਨਾਂ ਦੇ ਜੀਵਨ ਵਿੱਚ ਵਸ ਗਿਆ। ਤੇ ਜਿਹੜੇ ਪ੍ਰਮਾਤਮਾ ਦਾ ਅਦਬ ਕਰਦੇ ਨੇ, ਉਹ ਪ੍ਰਮਾਤਮਾ ਦੇ ਬਣਾਈ ਹੋਈ ਲੋਕਾਈ ਦਾ ਵੀ ਫਿਰ ਪੂਰਾ ਅਦਬ ਕਰਦੇ ਹਨ। ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ। ਜਿਨ੍ਹਾਂ ਦੇ ਮਨ ਨੂੰ ਪ੍ਰਮਾਤਮਾ ਦੇ ਨਾਲ ਡੂੰਘੀ ਸਾਂਝ ਬਣ ਜਾਂਦੀ ਹੈ, ਉਹਨਾਂ ਦੇ ਜੀਵਨ ਵਿੱਚ ਫਿਰ ਇੱਕੋ ਇੱਕ ਭੁੱਖ ਰਹਿੰਦੀ ਹੈ, ਉਹ ਹੈ ਗੁਰੂ ਦੇ ਗਿਆਨ ਦੀ, ਗੁਰੂ ਦੀ ਸਮਝ ਦੀ, ਗੁਰੂ ਬਾਣੀ ਦੀ, ਗੁਰੂ ਸ਼ਬਦ ਦੀ। ਫਿਰ ਉਹਨਾਂ ਨੂੰ ਹੋਰ ਕੋਈ ਤ੍ਰਿਸ਼ਨਾ ਦੀਆਂ ਭੁੱਖਾਂ ਨਹੀਂ ਵਿਆਪਦੀਆਂ। ਆਖਰੀਆਂ ਪੰਕਤੀਆਂ, ਨਾਨਕ ਇਹ ਮਨ ਮਾਰ ਮਿਲ ਭੀ ਫਿਰ ਦੁੱਖ ਨਾ ਹੋਏ। ਨਾਨਕ ਜੀ ਆਖਦੇ ਹਨ, ਤੂੰ ਆਪਣੇ ਇਸ ਮਨ ਨੂੰ ਮਾਇਆ ਦੇ ਮੋਹ ਤੋਂ ਮਾਰ ਕੇ ਪਰਮਾਤਮਾ ਦੇ ਹੁਕਮ ਦੇ ਵਿੱਚ ਜੋੜ ਤੇ ਫਿਰ ਚੇਤਾ ਰੱਖੀ, ਕਦੀ ਵੀ ਪਰਮਾਤਮਾ ਤੋਂ ਵਿਛੋੜਾ ਦਾ ਦੁੱਖ ਨਹੀਂ ਵਿਆਪੇਗਾ। ਇਹ ਮਨ ਪਰਮਾਤਮਾ ਦੇ ਚਰਨਾਂ ਦੇ ਵਿੱਚ ਟਿਕ ਜਾਵੇਗਾ। ਫਿਰ ਪਰਮਾਤਮਾ ਦਾ ਪਿਆਰ, ਪਰਮਾਤਮਾ ਦਾ ਗਿਆਨ ਜੀਵਨ ਦੇ ਵਿੱਚ ਆ ਵਸੇਗਾ। ਸੋ ਅੱਜ ਦਾ ਇਹ ਸ਼੍ਰੀ ਰਾਗ ਦਾ 18ਵਾਂ ਨੰਬਰ ਸ਼ਬਦ, ਜਿਹਦੀ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਗਈ ਹੈ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ, ਆਪ ਗੁਰੂ ਪਿਆਰੀ ਸੰਗਤ ਬਖਸ਼ਣਯੋਗ ਹੋ। ਬਖਸ਼ ਲੈਣਾ ਆਪਣੇ ਵੀਰ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ। ਪਲੀਜ਼ ਕਮੈਂਟ ਜੋ ਗਲਤੀਆਂ ਦੀ ਮਾਫੀ। ਕੱਲ ਨੂੰ ਫਿਰ ਇਸੇ ਸਮੇਂ ਉੱਪਰ ਗੁਰਬਾਣੀ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਵੇ